ਗੁਰਬਾਣੀ ਦੇ ਵਿੱਚ ਜਿਹੜਾ ਮੈਟਾਫੋਰਿਕ ਸਿਸਟਮ ਆ, ਜਿਸ ਨੂੰ ਆਪਾਂ ਅੱਖੋਂ ਪਰੋਖੇ ਕਰ ਦਿਆਂਗੇ, ਜਿਵੇਂ ਕਈ ਵਾਰ ਅੱਜ ਕੱਲ੍ਹ ਬੜੀ ਐਫਰਟ ਪਾ ਕੇ ਸਾਡੀ ਉਸ ਜਨਰੇਸ਼ਨ ਨੇ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਰਹਿੰਦੀ ਹੈ ਜਾਂ ਪੈਦਾ ਹੋਈ ਹੈ, ਉਹਨਾਂ ਨੇ ਗੁਰਬਾਣੀ ਦੇ ਕੁਝ ਸਰਚ ਇੰਜਨਸ ਬਣਾਏ ਨੇ, ਕੁਝ ਇੰਗਲਿਸ਼ ਟਰਾਂਸਲੇਸ਼ਨਸ ਵਾਸਤੇ ਸਾਈਟਸ ਐਪਸ ਵਗੈਰਾ ਤਿਆਰ ਕੀਤੀਆਂ ਨੇ। ਐਂਡ ਸਮ ਟਾਈਮ when we read the meanings of those from those sites, and people have asked me so many times, Bhai Sahab, that doesn't make sense. They were translating these lines in these words, but I cannot get the message. The reason is because sometimes, no doubt, they do their job with 100% honest effort, but once they are not able to grab the idiom, grab the metaphoric system behind those lines, behind those actually shabads, then they won't be able to deliver the proper message which is coming with that particular shabad. So ਇਸ ਕਰਕੇ ਸਾਨੂੰ ਜਿਹੜਾ ਉਹਦੇ 'ਚ ਰੂਪਕ ਆ, ਜਿਹੜਾ ਉਹਦੇ ਵਿੱਚ ਮਿਸਾਲੀ ਨਿਜ਼ਾਮ ਆ, ਸਾਨੂੰ ਉਸ ਨੂੰ ਅੱਖਾਂ ਵਿੱਚ ਰੱਖਣਾ ਪਏਗਾ। We have to have in our mind that what is actually coming in these words, what is reflecting by putting these words in order. ਉਹਨਾਂ ਨੂੰ ਜਦੋਂ ਅਸੀਂ ਇੱਕ ਆਰਡਰ 'ਚ ਪਾਉਂਦੇ ਹਾਂ, ਅਸੀਂ ਉਹਦੇ ਵਿੱਚੋਂ ਐਕਚੁਅਲ ਜਿਹੜੀ ਰਿਫਲੈਕਸ਼ਨ ਹੈ ਉਹ ਕੀ ਹੋ ਰਹੀ ਹੈ, ਉਹਦੇ ਮਾਇਨੇ ਕੀ ਬਣ ਰਹੇ ਨੇ। ਜਿਵੇਂ ਹੁਣ ਅੱਜ ਦਾ ਬਚਨ ਆ, ਮੁੰਦੇ ਸੂਹਾ ਪਰਹਰੋ ਲਾਲ ਕਰੋ ਸ਼ਿੰਗਾਰ। ਜਿੱਥੇ ਲਿਟਰਲੀ ਜਿਹੜੀ ਲਿਟਰਲ ਟਰਾਂਸਲੇਸ਼ਨ ਹੈਗੀ ਉਹ ਲੈ ਲਈਏ ਤਾਂ ਉਹਦਾ ਮਤਲਬ ਇਹ ਹੈ ਕਿ ਸੂਹਾ ਰੰਗ, ਥੋੜ੍ਹਾ ਜਿਸ ਨੂੰ ਪੰਜਾਬੀ 'ਚ ਅਸੀਂ ਨਾਭੀ ਰੰਗ ਕਈ ਵਾਰੀ ਕਹਿ ਦਿੰਦੇ ਹਾਂ, ਉਹ ਵਾਲਾ ਲਾ ਦਿਓ, ਅਤੇ ਲਾਲ ਕੰਪਲੀਟ ਜਿਹੜਾ ਰੈੱਡ ਕਲਰ ਆ ਉਸ ਨੂੰ ਪਾ ਲਵੋ। ਮੁੰਦੇ ਹੇ ਇਸਤਰੀ ਸੂਹਾ ਪਰਹਰੋ, ਤੁਸੀਂ ਸੂਹੇ ਨੂੰ ਤਿਆਗ ਦਿਓ, ਜਿਹੜਾ ਖਾਸ ਕਰਕੇ ਨਾਭੀ ਹੈ ਜਾਂ ਮਹਿਰੂਨ ਹੈ, ਉਸ ਨੂੰ you should actually quit or leave or don't wear. ਇਹਦੇ ਕੰਪੈरेटिवली ਲਾਲ ਕਰੋ ਸ਼ਿੰਗਾਰ, ਟਰਾਈ ਰੈੱਡ ਵਨ, ਉਸ ਨੂੰ ਪਾਓ। ਹੁਣ ਇਹ ਤਾਂ ਹੈਗੀ ਇੱਕ ਲਿਟਰਲ ਟਰਾਂਸਲੇਸ਼ਨ, ਪਰ ਜਦੋਂ ਆਪਾਂ ਇਹਨੂੰ ਭਾਵ ਵਿੱਚ ਲੈ ਕੇ ਜਾਵਾਂਗੇ, ਇੱਥੇ ਹੁਣ ਸੂਹੇ ਦਾ ਅਸੀਂ ਬੜੀ ਡਿਟੇਲ ਡਿਸਕਸ਼ਨ ਪਿੱਛੇ ਕੀਤੀ ਹੈ। ਸੂਹਾ ਉਹ ਅਟਰੈਕਸ਼ਨ ਜਿਹੜੀ ਇਲਿਊਜ਼ਨ ਦੇ ਰੂਪ ਦੇ 'ਚ ਆਉਂਦੀ ਹੈ, ਮਾਇਕ ਪਦਾਰਥਵਾਦ ਤੋਂ ਲੈ ਕੇ ਤੇ ਹਿਊਮਨ ਵੀਕਨੈਸਿਸ, ਐਵਰੀਥਿੰਗ ਇਜ਼ ਇਨਕਲੂਡਿਡ ਇਨ ਦੈਟ ਸੁਹਾਗ ਰੰਗ। ਉਸ ਨੂੰ ਤਿਆਗਣ ਦੀ ਗੱਲ ਹੋ ਰਹੀ ਹੈ। ਜਿਸ ਤਰੀਕੇ ਨਾਲ ਇਸ ਤਰ੍ਹਾਂ ਗੱਲ ਕਹਿ ਲਓ ਕਿ ਆਪਾਂ ਚੀਜ਼ਾਂ ਨੂੰ ਸਿੰਪਲ ਲੈਵਲ 'ਤੇ ਬਾਤ ਕਰੀਏ, ਸੂਹਾ ਪਰਹਰੋ, ਜੋ ਸੰਸਾਰ ਦੇ ਵਿੱਚੋਂ, ਜਿਵੇਂ ਸਪੋਜ਼ ਕੀਤਾ ਜਾਏ ਕਿ ਬੱਚੇ ਨੂੰ ਆਪਾਂ ਜਦੋਂ ਲੈਟਰਸ ਦੇ ਨਾਲ ਐਸੋਸੀਏਟ ਕਰਦੇ ਹਾਂ, ਲੈਟਰਸ ਦੀ ਇਨਫੋਰਮੇਸ਼ਨ ਦੇਣ ਲੱਗਦੇ ਹਾਂ, ਦੈਨ ਦ ਬਿਗੇਸਟ ਹੈਲਪ ਵੀ ਹੈਵ pictures. A, apple. B, boy. C, cat. So we show pictures, and then we try to make them understand what this letter means, what this letter sounds, all these things. ਜਿਵੇਂ ਹੀ ਥੋੜ੍ਹੀ ਜਿਹੀ ਉਹਨਾਂ ਨੂੰ ਨੌਲੇਜ ਗ੍ਰੈਬ ਹੁੰਦੀ ਹੈ, ਤਾਂ ਜਿਹੜੀਆਂ ਪਿਕਚਰਸ ਨੇ ਕਾਇਦੇ ਵਾਲੀਆਂ, ਉਹ ਐਲੀਮੀਨੇਟ ਹੋ ਜਾਂਦੀਆਂ ਨੇ। ਜਿਹੜੀ ਉਹਦੇ ਵਿੱਚ ਇਨਫੋਰਮੇਸ਼ਨ ਸੀਗੀ, ABC, ਮਤਲਬ ਜਿਹੜੇ ਲੈਟਰ ਸੀਗੇ, ਜਿਹੜੀਆਂ ਧੁਨਾਂ ਸੀਗੀਆਂ, ਜਿਹੜੇ ਅੱਖਰ ਸੀਗੇ, ਉਹ ਪਕੜ 'ਚ ਆਉਣੇ ਸ਼ੁਰੂ ਹੋ ਜਾਂਦਾ ਹੈ। ਇਹ ਸਾਰਾ ਸੰਸਾਰ ਹੈ ਤੇ ਮੂਰਤੀਮਾਨ, ਪਰ ਇਸ ਮੂਰਤੀਮਾਨ ਸੰਸਾਰ ਦੇ ਵਿੱਚ ਇੱਕ ਨਿਜ਼ਾਮ ਚੱਲਦਾ ਆ। ਜੇ ਉਸ ਨਿਜ਼ਾਮ ਨੂੰ ਡੀਪ ਲੈਵਲ 'ਤੇ ਅੰਡਰਸਟੈਂਡ ਨਹੀਂ ਕਰਾਂਗੇ, ਅਗੇਨ ਦਿਸ ਇਜ਼ ਹੋਲ
ਪ੍ਰੈਜੈਂਟੇਸ਼ਨ ਆਫ ਵਿਜ਼ਡਮ, ਸਮਝਦਾਰੀ ਦੀ ਅਸਲ ਦੇ ਵਿੱਚ ਸਾਰੀ ਦੀ ਸਾਰੀ ਇੱਕ ਵਿਖਾਵਾ ਆ। ਗੁਰੂ ਮਹਾਰਾਜ ਸਾਨੂੰ ਸੋਝੀ ਵਾਲੇ ਸਮਝਦਾਰ ਬਣਾਉਂਦੇ ਨੇ। ਹੁਣ ਸਮਝ ਦਾ ਮਾਇਨਾ ਮਤਲਬ ਨੋ ਡਾਊਟ ਜਿਹੜੀ ਹਿਊਮਨ ਵਿਜ਼ਡਮ ਹੈ ਇਹ ਬੜਾ ਕੰਪਲੈਕਸ ਸਬਜੈਕਟ ਵੀ ਹੈ, ਬੜਾ ਟਿਪੀਕਲ ਸਬਜੈਕਟ ਵੀ ਹੈ, ਕਿਉਂਕਿ ਵਾਈਜ਼ ਹੋਣ ਦਾ ਮਾਇਨਾ ਕੀ ਹੈ। ਈਵਨ ਮੈਂ ਵੀ ਤੇ ਕੱਲ੍ਹ ਹੀ ਕੁਝ ਇਹਦੇ ਬਾਬਤ ਪੜ੍ਹ ਰਿਹਾ ਸੀਗਾ, ਖਾਸ ਤੌਰ 'ਤੇ ਬ੍ਰੇਨ ਐਂਡ ਵਿਜ਼ਡਮ ਜਾਂ ਮਾਈਂਡ ਦੇ ਬਿਟਵੀਨ ਜਿਹੜੀਆਂ ਗ੍ਰੇ ਲਾਈਨਸ ਨੇ ਉਹਨਾਂ ਦੇ ਉੱਤੇ, ਅਤੇ ਉਹਦੇ 'ਚ ਜ਼ਿਕਰ ਇਹ ਆ ਰਿਹਾ ਸੀਗਾ ਕਿ ਬਹੁਤ ਰੇਅਰਲੀ ਹੋਏਗਾ ਕਿ ਬੰਦੇ ਦੀ ਜਿਹੜੀ ਗਟ ਫੀਲਿੰਗ ਆ, ਯੂ ਨੋ some time we feel something inside deep, but we don't follow it. Most of the time the feeling we have inside that actually always comes in front of us in future as a result, ਜਿਸ ਨੂੰ ਅਸੀਂ ਅਵੋਇਡ ਕੀਤਾ ਸੀਗਾ, ਅਸੀਂ ਉਸ ਨੂੰ ਅਟੈਂਸ਼ਨ ਪੇ ਨਹੀਂ ਸੀ ਕਰ ਰਹੇ, ਅਸੀਂ ਲਿਸਨ ਨਹੀਂ ਸੀ ਕਰ ਰਹੇ, ਬਲਕਿ ਸਾਡਾ ਕਲੈਵਰ ਮਾਈਂਡ, ਰੈਸ਼ਨਲ ਮਾਈਂਡ ਜਾਂ ਜਿਹੜੀ ਬਾਹਰ ਦਾ ਕੋਈ ਸੋਰਸ ਸੀਗਾ ਉਹਦਾ ਇਨਫਲੂਐਂਸ, ਵੀ ਆਰ ਫੋਲੋਇੰਗ ਦੈਟ, ਵੀ ਆਰ ਨੋਟ ਫੋਲੋਇੰਗ ਆਵਰ ਓਨ ਗਟ ਫੀਲਿੰਗ। ਬਟ ਇੱਕ ਲੈਵਲ ਆਇਆ ਜਦੋਂ ਪਤਾ ਲੱਗਾ ਕਿ ਨੋ ਗਟ ਵਾਜ਼ ਰਾਈਟ, ਉਹ ਸਹੀ ਦੱਸ ਰਿਹਾ ਸੀਗਾ, ਜਿਹਨੂੰ ਅਸੀਂ ਇਨਰ ਇਨਸਟਿੰਕਟ ਵੀ ਕਹਿ ਦਿੰਦੇ ਹਾਂ ਕਈ ਵਾਰ। ਹਾਂ, ਉਹ ਕਹਿੰਦਾ ਇਨ ਰੇਅਰ ਕੇਸਿਸ ਕਈ ਵਾਰ ਬੰਦੇ ਨੂੰ ਲੱਗਦਾ ਹੈ ਕਿ ਮੇਰੀ ਗਟ ਫੀਲਿੰਗ, ਐਕਚੁਅਲੀ ਉਹ ਵੀ ਕੀ ਇਨਫਲੂਐਂਸ ਹੁੰਦਾ ਪੁਰਾਣਾ, ਉਹਦੇ 'ਚੋਂ ਪਿਆ ਹੋਇਆ ਕੋਈ ਰੋਂਗ ਇੰਪ੍ਰੈਸ਼ਨ ਲੈ ਜਾਂਦਾ। ਇਹ ਬਹੁਤ ਰੇਅਰ ਕੇਸਿਸ 'ਚ ਹੁੰਦਾ, ਮੋਸਟਲੀ ਉਹ ਰਾਈਟ ਹੁੰਦਾ। ਪਰ ਜੇ ਦੇਖਿਆ ਜਾਏ ਤੇ ਇਹ ਜਿਹੜਾ ਸੰਸਾਰ ਆ ਉਸ ਫੀਲਿੰਗ ਦੇ, ਉਸ ਇਨਰ ਇਨਸਟਿੰਕਟ ਦੇ, ਉਸ ਇਨਰ ਜਿਹਨੂੰ ਤੁਸੀਂ ਕਹਿ ਲਓ ਵਿਵੇਕ ਦੇ, ਉਹਦੇ ਤੇ ਨੇੜੇ ਤੇੜੇ ਵੀ ਨਹੀਂ ਹੁੰਦਾ। ਹੁਣ ਜਿਹੜਾ ਸੂਹਾ ਪਰਹਰੋ ਜਿਹੜੀ ਗੱਲ ਹੋ ਰਹੀ ਹੈ, ਸੂਹਾ ਹੈ ਆਲੇ ਦੁਆਲੇ ਦਾ ਇਨਫਲੂਐਂਸ, ਪ੍ਰਭਾਵ, ਇਹਨੂੰ ਪਰਹਰੋ, ਇਹਨੂੰ ਤਿਆਗੋ। ਜਿਹਨੂੰ ਸਭਨਾ ਸ਼ਬਦ ਵਿਚਾਰ ਰਹੇ ਸੀ, ਦੇਖਾ ਦੇਖੀ ਸਭ ਕਰੈ ਮਨ ਮੁਖ ਬੂਝ ਨਾ ਪਾਏ। ਜਿਹੜਾ ਤੂੰ ਆਲੇ ਦੁਆਲੇ ਦੇ ਇਨਫਲੂਐਂਸ ਵਿੱਚ ਆ ਕੇ ਚੀਜ਼ਾਂ ਕਰਦਾ ਆ। ਵੈਰੀ ਸਿੰਪਲ ਐਗਜ਼ਾਮਪਲ ਇਜ਼ ਫੈਸ਼ਨ, ਵੈਰੀ ਸਿੰਪਲ ਐਗਜ਼ਾਮਪਲ ਇਜ਼ today's our outfits, today's our actually living styles, today's our career choices, today's our everything from food choice to lifestyle. ਬੰਦਾ ਆਪਣੀ ਨੀਡ ਨੂੰ, ਆਪਣੀ ਲੋੜ ਨੂੰ, ਆਪਣੀ ਰੀਅਲ ਜੋ ਦੀਆਂ ਇੰਪੋਰਟੈਂਸ ਜਾਂ ਨੈਸੈਸਿਟੀਜ਼ ਨੇ ਉਹਨਾਂ ਨੂੰ ਐਡਰੈਸ ਨਹੀਂ ਕਰ ਰਿਹਾ। ਜਦੋਂ ਡੀਪ ਲੈਵਲ 'ਤੇ ਸਾਨੂੰ ਐਡਰੈਸ ਕਰਾਂਗੇ ਨਾ ਤਾਂ ਫਿਰ ਪਤਾ ਲੱਗੇਗਾ ਜਿਹੜਾ ਮੋਸਟਲੀ ਕਲਟਰ ਆ, ਵੀ ਡੋਂਟ ਨੀਡ ਇਟ। ਸੋਚ ਦੇ ਲੈਵਲ 'ਤੇ, ਵਿਚਾਰ ਦੇ ਲੈਵਲ 'ਤੇ, ਖਿਆਲ ਦੇ ਲੈਵਲ 'ਤੇ ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਇਹ ਪਰਹਰ, ਇਹ ਛੱਡਣਾ ਪਏਗਾ। ਅਤੇ ਇਹ ਸ਼ਬਦ ਐਕਚੁਅਲ ਲੈਵਲ 'ਤੇ ਇਫ ਵੀ ਵਾਂਟ ਟੂ read any other example from Guru Granth Sahib Maharaj, then very clear example we can see, that is ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਕਿਸੇ ਭਾਂਡੇ 'ਚ ਕੋਈ ਚੀਜ਼ ਪਾਣੀ ਹੈ ਨਾ, ਪਹਿਲੀ ਕੱਢ ਕੇ ਪਾਸੇ ਰੱਖਣੀ ਪਏਗੀ। ਜੇ ਸੂਹਾ ਨਹੀਂ ਪਰਹਰਾਂਗੇ ਲਾਲ ਆਵੇਗਾ ਨਹੀਂ। ਐਂਡ ਲਾਲ, ਐਜ਼ ਆਈ ਹੈਵ mentioned actually, I think yesterday or just the day before yesterday, ਲਾਲ ਗੁਲਾਲ ਗਹਿਬਰਾ, ਉਹ ਜਿਹੜੀ ਚੀਜ਼ ਹੋ ਰਹੀ ਹੈ, ਜਿਹੜੀ ਜੀਵਨ ਦੇ ਵਿੱਚ ਇੱਕ ਹਾਇਰ ਲੈਵਲ 'ਤੇ ਬੰਦੇ ਦੀ ਸੋਚ ਨੂੰ ਲੈ ਜਾਂਦੀ ਹੈ। ਹੁਣ ਇਸ ਨੂੰ ਫਿਰ ਫਰਦਰ ਐਕਸਪਲੇਨੇਸ਼ਨ ਵਿੱਚ ਲੈ ਕੇ ਆਈਏ। ਐਕਸਪਲੇਨੇਸ਼ਨ ਕੀ ਹੈਗੀ ਹੈ ਕਿ ਸਪੋਜ਼ I was reading some sort of short story few days back, ਉਹਦੇ 'ਚ ਕੋਈ ਰਸ਼ੀਅਨ ਰਾਈਟਰ ਸੀਗਾ, ਉਹਦੇ ਕੁਛ ਲਿਖਿਆ ਸੀਗਾ, ਸਿਰਫ ਮੈਂ ਇੱਕ ਐਗਜ਼ਾਮਪਲ ਰੂਪ ਵਿੱਚ ਬਾਤ ਕਰਾਂ। ਉਹਦੇ ਅੰਦਰ ਉਹਦਾ ਬਹੁਤ ਕਲੋਜ਼ ਫਰੈਂਡ ਹੁੰਦਾ ਇੱਕ, ਅਤੇ ਉਹਨੂੰ ਬਿਟਰੇਟ ਕਰਦਾ ਉਹ,
ਉਹਦੇ ਨਾਲ ਦਗਾ ਕਮਾਉਂਦਾ ਹੈ ਤੇ ਉਸ ਨੂੰ ਨਹੀਂ ਪਤਾ ਹੁੰਦਾ ਐਕਚੁਅਲੀ ਇੱਕ ਹੋਰ ਬੰਦਾ ਜਿਹੜਾ ਉਹਦਾ ਫਰੈਂਡ ਨਹੀਂ ਹੈਗਾ ਪਰ ਨੋਨ ਹੈਗਾ ਬਟ ਸਮਹਾਉ that individual follows, you can say, human values, and he the person who is not friend but just familiar to this individual, the main character, he came to know this whole information that his friend is betraying him, or his friend is actually doing some sort of disloyalty to get his own benefits. ਉਸ ਨੂੰ ਜਾ ਕੇ ਉਹ ਸਾਰੀ ਇਨਫੋਰਮੇਸ਼ਨ ਦਿੰਦਾ ਉਹ ਜੋ ਦਿੰਦਾ with evidence everything. First he wasn't able to believe. Once when he made him to believe, to show every kind of evidence, then that individual, the main character who got the information, he laughed out loud. ਉਸ ਨੂੰ ਲੱਗਦਾ ਕਿ ਇਹ ਮੈਂਟਲੀ ਸਿੱਕ ਹੋ ਗਿਆ, ਪਾਗਲ ਹੋ ਗਿਆ, ਸ਼ੌਕ ਲੱਗਾ ਇਹਦੇ ਬ੍ਰੇਨ ਨੂੰ ਇਹਦੇ ਕਰਕੇ ਤੇ ਉਸ ਨੂੰ ਕਹਿੰਦਾ ਕਿ ਐਕਚੁਅਲ ਲੈਵਲ ਤੇ ਯੂ نو ਤੂੰ ਕਾਮ ਡਾਊਨ ਹੋ, ਮੈਂ ਤੇਰੀ ਹੈਲਪ ਕਰਦਾ ਹਾਂ ਸਾਰੇ ਵਾਸਤੇ। ਉਹ ਕਹਿੰਦਾ ਵੀ ਵਾਈ, what kind of help do you want to do? Because you are totally out of control. No, I'm totally in control. I grabbed your whole information properly and just, aren't you mad? A little bit when you were telling me all that. But after that, when I processed it, then I realized, wow, कैसी दुनिया है। अपन बचन थे नानक दुनिया कैसी हुई, सालक मीत न रहे हो कोई। ये जिहड़ी चीज समझ आई, भाई बंधु हेत गवाया, दुनिया कारण दीन गवाया। क्या कमाल है, किस चीज के पिछे कितनी बेशकीमती चीज। इत्थे दुनिया का मतलब कोई इंस्टेंट बेनिफिट हैगा, दुनिया का मतलब इत्थे कोई बहुत चमकदार बड़ी अट्रैक्टिव कोई प्राप्ति है, कोई अचीवमेंट आ उन्होंने प्राप्त करने वास्ते कोई बड़ी डल दिसन वाले वैल्यू सिस्टम उसनों बंदे ने उसनों कुर्बान कर दिता, उसकी बलि दे दी। वो कहता है ये चीज़ सोच के मैनू हासा आया भी मैं तो बड़ा समझदार समझदा सी उन्होंने। एक्चुअली मैं ही मूर्ख सीगा कि मैं मूर्ख नूं पहचान नहीं पाया, वो तो बड़ा मूर्ख निकलिया। वो तो इस चीज़ लई कि मतलब जस्ट इंस्टेंट बेनीफिट लई एडा वड्डा नुकसान कर गया। ओ माय गॉश, व्हाट अ फूल पर्सन। हुण आह रूप जिहड़ा आ लाल इत्थे आ जांदा है बंदे नूं, इत्थे डिप्रैशन नहीं आउंदा, इत्थे गिल्ट भी नहीं आउंदा, इत्थे सम सॉर्ट ऑफ एंगर रिजेंटमेंट वो भी नहीं आउंदा। फीलिंग है ना सारियां। इत्थे की फील हुंदा है, इत्थे एक हायर लैवल ते चीज़ बंदे नूं फील हुंदी है। वाह, जिवें तुसी किसी वंडर नूं इंजॉय कर रहे हो, ये लाल है। पर जे सुहा एंड इफ जो उस करैक्टर की मैं गल कर रहा, जे सपोज करो करैक्टर जो है वो भी सेम काइंड ऑफ साइकी च हुंदा। हुण की है जदों नूं पता लगदा ओ हो इस तो पहला कि मैं ये काम करदा, यू नो, बिफोर आई एक्चुअली betrayed him or I actually got some sort of benefits for my own benefits, he had already done. What a clever mind. सो ये मिजरी डिवेलप होनी सी। ओ माई गॉश, ये तो बहुत माड़ी गल हो गई। ये तो बड़ी 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 अंदर लैवल ते अपने आप को हरास करना सी बंदे ने भी, तू कितना पागल है, तू कितना कमला है, ओ हो तू इन्ना चलाक भी नहीं है, तेरे तो बेनीफिट लै गया। ये सारी चीज़, ये सारी समझ आनी सी। नो, ये कुछ नहीं आया, बल्कि समझ आई वाह ये संसार कितना इलिटरेट है अजे भी, किन्ना सानू अजे होर काम करन दी लोड़ है, किन्ना समझन समझाउण दी लोड़ है। दिस इज कॉल्ड इनलाइटमेंट, दिस इज कॉल्ड रोशन दिमाग, दिस इज कॉल्ड विवेक बुद्ध,
दिस इज कॉल्ड सोजी विजडम, लाल है। गुरु साहब कहते यू आर हेयर एज ए ह्यूमन बीइंग टू इंजॉय इट, टू गेट इट, एंड यू कैन गेट इट, बट what is stopping you to get it? Because Suha, that ਜਿਹੜੀ ਉਹ ਖਾਸ ਕਰਕੇ ਮਿਸਮਰਾਈਜ਼ ਕਰਨ ਵਾਲੀ ਸਾਰੀ ਉਹ ਦੁਨੀਆ ਆ, ਉਹ ਤੈਨੂੰ ਆਪਣੇ ਮਗਰ ਲਗਾ ਰਹੀ ਹੈ। ਉਸ ਨੂੰ ਕਿਸੇ ਤਰੀਕੇ ਦੇ ਨਾਲ ਉੱਤੇ ਕੰਟਰੋਲ ਕਰਨਾ ਸਿੱਖ, ਉਹਦੇ ਤੋਂ ਬਾਹਰ ਆ। ਸਾਰਾ ਭਜਨ ਬੰਦਗੀ, ਪਾਠ, ਆਸਥਾ, ਮੈਡੀਟੇਸ਼ਨ, all these exercises, they can help us to come out of it, but sometimes they also become hurdle toward this achievement. So Maharaj, that's why Maharaj is saying, ये सोच ये क्यों कर रहे हैं? पाठ काहदे लई करे कीता सीगा? पाठ पढ़िओ, अरबेद विचारिओ, निवल भुजंगम साधे। But at the same time, if you're not getting those results, पंच जन सो संग न छुटके अधिक अंग बुध बाधे, what is happening? प्यारे इन बिद मिलन ना जाए। Oh my beloved one, that path is not going to lead you toward your destiny. Be aware. So सूहा परहरो, वो त्यागना पेगा तिस नूं। इस करके जिन्ना बंदा स्पिरिचुअली एजुकेटेड होएगा, उहदे चीज नाल अंगेज्ड होएगा, कर्मकांडी नहीं होएगा, रिचुअलिस्टिक नहीं होएगा, रियलिस्टिक होएगा, उतना ज़्यादा मतलब प्रैक्टिकल होएगा। उस तरीके दे नाल जिन्हों कहने असी कि हिपोक्रेट नहीं होएगा, वैरी ऑनेस्ट सचियार हो जाएगा। इथों लाल आएगा। तो यदी डीप लैवल की अचीवमेंट ये होएगी कि person will be very close toward his or her inner feelings, inner instinct, gut level, and then definitely that individual getting leading from his own real source, लाल। मैं समझदा इस तो साफ गोई दे नाल बाणी होर की समझाएगी सानू। That is completely crystal clear message for us. O human being, follow this path. Here Babaji is saying, मुंदे सूहा पर होरो लाल करो शिंगार। इस लाल दा शिंगार कर, इस चीज नू जिहड़ा हैगा जीवन दे विच शिंगार करन दा मतलब ही हुंदा टू वियर, टू डू सम सॉर्ट ऑफ मेकअप ऑन यू, डॉल अप ऑन यू, मीन टू ਜਿਹੜੀਆਂ ਚੀਜ਼ਾਂ ਨੇ ਅਡਾਪਟ ਕਰ ਲੈ। ਅਡਾਪਟੇਸ਼ਨ ਹੁੰਦੀ ਹੈ ਨਾ ਕਿਸੇ ਚੀਜ਼ ਦੀ, ਇਹਦੀ ਅਡਾਪਟੇਸ਼ਨ ਕਰ। ਅਗਲਾ ਬਚਨ ਆਇਆ, ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰ। ਆਵਣ ਜਾਣਾ ਵਿਸਰੈ, ਮੌਤ ਦਾ ਡਰ ਬਹੁਤ ਵੱਡਾ ਡਰ ਹੈ। ਉਸ ਡਰ ਦੇ ਪਿੱਛੇ ਇੱਕ ਡਰ ਹੋਰ ਛੁਪਿਆ ਹੈ, ਵਾਟਸ ਗੋਨਾ ਹੈਪਨ ਆਫਟਰ ਡੈਥ। That is a big time actually fear factor. ਜਦੋਂ ਲੋਕ ਉਹਦੇ ਕਲੋਜ਼ ਬਾਈ ਹੁੰਦੇ ਨੇ, ਆਪ ਦੇਖੋਗੇ ਅੱਜ ਤੇ ਵਿਜ਼ੂਅਲ ਮੀਡੀਆ ਦੇ ਚ ਰਹਿੰਦੇ ਹਾਂ ਅਸੀਂ, ਲੋਕੀ ਹੌਰਰ ਮੂਵੀਜ਼ ਦੇਖਦੇ ਨੇ, ਹੌਰਰ ਸ਼ੋਜ਼ ਦੇਖਦੇ ਨੇ, ਐਂਡ ਪੀਪਲ ਹੈਵ ਸੋ ਮੈਨੀ ਪਰਸੈਪਸ਼ਨਸ ਆਫਟਰ ਲਾਈਫ ਔਰ ਆਫਟਰ ਡੈਥ, ਆਈ ਸ਼ੁੱਡ ਸੇ, ਐਂਡ ਦੇ show so many things in their own, with their own belief system, with their own kind of past experiences. But ਜਿਵੇਂ ਜਿਵੇਂ ਉਸ ਤਰੀਕੇ ਨਾਲ ਅੱਗੇ ਵੱਧਦੇ ਜਾਂਦੇ ਨੇ, ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਚੀਜ਼ਾਂ ਅੰਦਰ ਬਹੁਤ ਡੀਪ ਸਟਕ ਹੋ ਜਾਂਦੀਆਂ ਨੇ। ਤੇ ਇਨਰ ਫੀਲਿੰਗ ਜਿਹੜੀ ਹੈ, ਜਿਵੇਂ ਮੈਂ ਕਿਹਾ ਕਿ ਜਿਹੜੀ ਗਟ ਫੀਲਿੰਗ ਵੀ ਕਹਿ ਲਓ ਜਿਸ ਨੂੰ, ਕਿਉਂਕਿ ਉਸ ਨੂੰ ਬੰਦਾ ਅਵੋਇਡ ਕਰਦਾ, ਦਬਾਉਂਦਾ ਆ, ਤੇ ਅਲਟੀਮੇਟਲੀ ਕੀ ਹੈ, ਇੱਕ ਦਿਨ ਉਹ ਸਿਰ ਤੇ ਚੜ ਜਾਂਦੀ ਹੈ। ਉਹ ਇਨਰ ਫੀਲਿੰਗ ਜਿਹੜੀ ਹੈ ਉਹ ਸਾਨੂੰ ਇਕੱਲਿਆਂ ਨੂੰ ਨਹੀਂ ਛੱਡਦੀ। ਜਦੋਂ ਆਹ ਚੀਜ਼ ਕਿਸੇ ਢੰਗ ਤਰੀਕੇ ਦੇ ਨਾਲ ਬੰਦੇ 'ਚ ਆ ਜਾਂਦੀ ਹੈ ਕਿ ਆਫਟਰ ਡੈਥ ਆ ਹੋਏਗਾ ਇਹ ਸਭ ਰੂਪ ਦੇ ਵਿੱਚ, ਫਿਰ ਉਹ ਬੰਦਾ ਸਟਕ ਹੋ ਜਾਂਦਾ ਉਹਦੇ ਵਿੱਚ। ਫਿਰ ਉਹ ਚੀਜ਼ ਜਿਵੇਂ ਜਿਵੇਂ ਨੇੜੇ ਆਉਂਦੀ ਹੈ,
ਫਿਰ ਉਹ ਡਰ ਲੱਗਦਾ ਬਹੁਤ ਸਾਰਾ। ਸਾਡਾ ਇੱਕ ਸਿੱਖੀ 'ਚੋਂ ਹੀ ਕਹਿ ਲਓ ਕਿ ਇੱਕ ਬ੍ਰਾਂਚ ਦੇ ਲੈਵਲ 'ਤੇ ਨਿਕਲੀ ਹੋਈ ਚੀਜ਼ ਜਿਨ੍ਹਾਂ ਨੇ ਜਿਹਨੂੰ ਕਿਹਾ ਜਾਂਦਾ ਸੀਗਾ ਕਿ HO ਜਿਹੜਾ ਹੈਗਾ ਪੀਪਲ ਹੂ ਆਰ ਸੈਲਿੰਗ 3HO 3H ਉਹ ਜਿਹੜੇ ਸੀਗੇ ਉਹ ਸੈੱਲ ਕਰਦੇ ਹੁੰਦੇ ਸੀਗੇ। ਨੰਬਰ 1 that was health, ਨੰਬਰ 2 happiness, ਨੰਬਰ 3 holy life। ਤੇ ਉਹਦੇ 'ਚ ਉਹਨੂੰ ਕਿਸੇ ਨੇ ਪੁੱਛਿਆ ਉਸ ਇੰਟਰਵਿਊ ਦੌਰਾਨ ਕਿ ਵਟ ਡਜ਼ ਇਟ ਮੀਨ ਐਕਚੁਅਲੀ, ਇਹ ਤੂੰ ਮਾਡਲ ਕਿਵੇਂ ਬਣਾਇਆ? ਕਹਿੰਦਾ H ਹੈਲਥ, ਕਹਿੰਦਾ ਕਿਉਂਕਿ ਕੋਈ ਬੰਦਾ ਵੀ ਮਰਨਾ ਨਹੀਂ ਚਾਹੁੰਦਾ, ਦੂਸਰਾ ਕੋਈ ਬੰਦਾ ਵੀ ਅਨਹੈਲਦੀ ਨਹੀਂ ਰਹਿਣਾ ਚਾਹੁੰਦਾ। ਸੋ ਇਹ ਸਾਡਾ ਪਹਿਲਾ ਹੈ, ਇਹ ਸਭ ਤੋਂ ਵੱਧ ਵਿਕ ਰਿਹਾ। ਇਸੇ ਕਰਕੇ ਸਾਡੇ ਬਹੁਤ ਸਾਰੇ ਜਿਹੜੇ ਨੈਚੁਰਲ ਪ੍ਰੋਡਕਟ ਨੇ, ਇਹੋ ਜਿਹੀਆਂ ਚੀਜ਼ਾਂ ਜੋ ਕਿ ਬਾਅਦ ਵਿੱਚ ਅਰਾਊਂਡ 16-17 ਮਿਲੀਅਨ ਡਾਲਰ ਦੀ ਉਹਦੀ ਇੰਡਸਟਰੀ ਕ੍ਰੀਏਟ ਹੋ ਗਈ ਸੀ ਉਸ ਸਮੇਂ ਦੇ ਵਿੱਚ। ਸੋ ਇਹ ਰੂਪ ਆ। ਤੇ ਇਹਦੇ ਤੋਂ ਬਾਅਦ ਉਹ ਕਹਿੰਦੇ ਵੀ ਜਦੋਂ ਇੱਕ ਲੈਵਲ 'ਤੇ ਅਸੈਂਸ਼ੀਅਲ ਪਾਰਟ ਹੋ ਜਾਏ ਕਿ ਯੂ ਕੈਨ ਨਾਟ ਗੋ ਅਵੇ, ਦੈਨ ਹੋਲੀ ਲਾਈਫ। ਬੰਦੇ ਨੂੰ ਪਤਾ ਲੱਗੇ ਵੀ ਹੁਣ ਤੇ ਭਾਈ ਨੋ ਡਾਊਟ ਬਚਾ ਨਹੀਂ ਹੈਗਾ, ਫਿਰ ਭਾਈ ਅਗਲੀ ਹੋਲੀ ਲਾਈਫ ਵਿੱਚ ਲਾਇਓ। ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ ਆਵਣ ਜਾਣਾ ਵਿਸਰੈ, ਇਹ ਵਿਸਰ ਹੀ ਜਾਏ। ਗੁਰਸ਼ਬਦੀ ਵਿਚਾਰ ਤੇ ਵਿਸਰੇ ਐਵੇਂ ਨਹੀਂ ਕਿ ਬੰਦਾ ਇਗਨੋਰ ਕਰ ਦੇ, ਬੰਦਾ ਕਹੇ ਕਿ ਨੋ ਆਈ ਡੋਂਟ ਵਾਂਟ ਟੂ ਲਿਸਨ ਅਬਾਊਟ ਇਟ, ਆਈ ਡੋਂਟ ਵਾਂਟ ਟੂ ਰੀਡ। ਨੋ ਐਕਚੁਅਲੀ ਇਨ ਦ light of proper knowledge, in the light of Guru's wisdom, these things get totally eliminated। ਜਿਵੇਂ ਰੱਸੀ ਹੈ, ਉਹ ਸੱਪ ਵੀ ਹੋ ਸਕਦੀ ਹੈ, ਪਰ ਇਹ ਵੀ ਡਰ ਹੋ ਸਕਦਾ ਰੱਸੀ ਹੋਏ। ਇਸ ਕਨਫਿਊਜ਼ਨ 'ਚ ਬੰਦਾ ਪਿਆ ਹੋਇਆ, ਜਿਹਨੂੰ ਅਸੀਂ ਡੁਐਲਿਟੀ ਕਹਿੰਦੇ ਆ, ਜੀਵਨ ਬਤੀਤ ਹੋ ਜਾਂਦਾ। ਪਰ ਜਦੋਂ ਪ੍ਰੋਪਰ ਉੱਤੇ ਲਾਈਟ ਆ ਜਾਏ, ਕੋਈ ਪ੍ਰੋਪਰ ਉਹਨੂੰ ਪਕੜਾ ਕੇ ਹਿਲਾ ਕੇ ਸਮਝਾ ਦੇ ਸਭ ਕੁਛ ਵੀ ਉਹ ਸੱਪ ਨਹੀਂ ਗਾ, ਰੱਸੀ ਹੈ, ਤੈਨੂੰ ਟੋਟਲ ਡਰ ਚਲਾ ਗਿਆ। ਆਵਣ ਜਾਣਾ ਉਨੀ ਦੇਰ ਤੱਕ ਡਰ ਹੈ ਜਿੰਨੀ ਦੇਰ ਤੱਕ ਸਮਝ ਨਹੀਂ ਗਈ ਇਹਦੀ। ਜਦੋਂ ਸਮਝ ਆ ਗਈ, ਜਿਵੇਂ ਆਪਾਂ ਮੌਤ ਦੇ ਗੀਤ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲਜਾਇਆ, ਮਾਟੀ ਮਾਟੀ ਹੁਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਭਾਈ ਇਹ ਤਾਂ ਕੁਛ ਵੀ ਨਹੀਂ। Why I was scared from this whole natural process? It's just a few elements which actually accumulated under the law of Mother Nature, and now they are getting dismantled again under the law of nature. So why should we be bothered from it? ਹੁਣ ਇਹ ਕਿੱਡੀ ਵੱਡੀ ਗੱਲ ਹੈ, ਪਰ ਐਕਚੁਅਲੀ ਹੈ ਇਹ ਕਿਸੇ ਲਾਪਰਵਾਹੀ ਵਿੱਚ ਨਹੀਂ, ਕਿਸੇ ਢੀਠਪੁਣੇ ਵਿੱਚ ਵੀ ਨਹੀਂ। ਕਈ ਵਾਰ ਬੰਦਾ ਬਹੁਤ ਢੀਠ ਹੋ ਕੇ ਵੀ ਗੱਲਾਂ ਕਰਦਾ ਉਸ ਤਰੀਕੇ ਨਾਲ, ਪਰ ਇੱਥੇ ਬਾਣਾ ਕਹਿੰਦਾ ਉਹਨੇ ਪੂਰੇ ਸਮਝ 'ਚ ਆ ਰਿਹਾ। ਤੇ ਸਮਝ ਸੁਣੀ ਸੁਣਾਈ ਨਾ ਹੋਏ, ਪੜ੍ਹੀ ਨਾ ਹੋਏ, ਕਿਸੇ ਦੀ ਦੱਸੀ ਨਾ ਹੋਏ, ਅੰਦਰ ਜਦੋਂ ਫੀਲ ਕਰ ਲੈ ਬੰਦਾ ਐਵੇਂ, ਅਗੇਨ ਇਟਸ ਅ ਗਟ ਫੀਲਿੰਗ, ਅਗੇਨ ਇਟਸ ਅ ਡੀਪ ਲੈਵਲ ਫੀਲਿੰਗ। ਬਾਬਾ ਜੀ ਸਿੰਘ, once you have that connection, then ਆਵਣ ਜਾਣਾ ਵਿਸਰੈ, ਗੁਰ ਸ਼ਬਦੀ ਵਿਚਾਰ, then what is actually happening all the time inside? ਗੁਰ ਸ਼ਬਦੀ ਵਿਚਾਰ, ਗੁਰੂ ਕਾ ਸ਼ਬਦ, the real message, the message which makes sense, the message which should be inside us all the time। ਚੀਜ਼ਾਂ ਨੂੰ ਉਸ ਪਰਸਪੈਕਟਿਵ ਵਿੱਚ ਦੇਖਣ ਦੀ ਬਾਅਦ ਸਾਨੂੰ ਸਮਝ ਆ ਜਾਏ ਉਸ ਰੂਪ ਦੇ ਵਿੱਚ। ਅਗਲਾ ਬਚਨ ਹੈ, ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ, ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ। ਸਹਿਜ ਪਤਾਰ, ਹਾਲਾਂਕਿ ਸਹਿਜ ਨੂੰ ਵੈਸੇ ਇਹਦੇ 'ਚ ਟੀਕਾਕਾਰਾਂ ਨੇ ਟ੍ਰੀਟ ਕੀਤਾ ਹੈ, ਕੁਝ ਨੇ ਐਜ਼ ਏ ਐਡਜੈਕਟਿਵ, ਪਰ ਇੱਥੇ ਸਹਿਜ ਪਤਾਰ, ਸਹਿਜ ਇਜ਼ ਏ ਇਟਸ ਏ ਕਾਈਂਡ ਆਫ, ਇਹਨੂੰ ਵਰਬ ਦੇ ਤੌਰ 'ਤੇ ਲੈ ਲਵੋ। ਜਦੋਂ ਕਿਰਿਆਤਮਕ ਪੱਖ ਦੇ ਨਾਲ ਕੁਝ ਕੰਮ ਜੀਵਨ ਦੇ ਵਿੱਚ ਧੱਕੇ ਨਾਲ ਕਰਦੇ ਹਾਂ ਅਸੀਂ, ਕੁਝ ਸਹਿਜ ਸੁਭਾਅ ਹੁੰਦੇ ਨੇ ਆਪਣੇ ਆਪ ਉਸ ਰੂਪ ਦੇ ਅੰਦਰ। ਪਰ ਇਹ ਰਿਐਲਿਟੀ ਹੈ, ਕੋਈ ਵੀ ਕੰਮ ਜਦੋਂ ਸ਼ੁਰੂਆਤ ਹੋਏਗੀ, ਜਦੋਂ ਅੱਗੇ ਕਰਾਂਗੇ ਉਸ ਰੂਪ ਦੇ ਵਿੱਚ, ਉਹ 'ਚ ਐਫਰਟ ਤੇ ਲੱਗੇਗੀ। ਹੌਲੀ ਹੌਲੀ ਕਰਕੇ ਉਹਦੇ 'ਚ ਇਤਨੇ ਜ਼ਿਆਦਾ, ਜਿਸ ਨੂੰ
ਅਸੀਂ ਹਿਊਮਨ ਸਾਈਕੋਲੋਜੀ 'ਚ ਵੀ ਆਲਵੇਜ਼ ਹੈਵ ਐਕਚੁਅਲੀ 4 stages of every act or every actually you can say activity in our lives. ਪਹਿਲੀ ਜਿਹੜੀ ਹੁੰਦੀ ਉਹ ਹੁੰਦੀ ਹੈ ਕਿ ਬੰਦਾ ਜਿਹਨੂੰ ਕਹਿੰਦੇ ਨੇ ਅਨਕੌਂਸ਼ੀਅਸ ਅਨਕੰਪੈਟੀਬਲ, ਬੰਦਾ ਹੈ ਵੀ ਅਨਕੰਪੈਟੀਬਲ ਤੇ ਹੈ ਵੀ ਇਹਦੇ ਬਾਰੇ ਅਨਕੌਂਸ਼ੀਅਸ ਵੀ ਮੈਂ ਅਨਕੰਪੈਟੀਬਲ ਹਾਂ, ਚੱਲੀ ਜਾ ਰਿਹਾ ਕੰਮ, ਢੋਲ ਟੁਕੀ ਜਾ ਰਿਹਾ। ਫਿਰ ਇੱਕ ਲੈਵਲ ਹੁੰਦਾ ਹੈ ਜਦੋਂ ਬੰਦਾ ਕੌਂਸ਼ੀਅਸ ਹੁੰਦਾ ਹੈ ਕਾਹਦੇ ਬਾਰੇ? ਆਪਣੀ ਅਨਕੰਪੈਟੀਬਿਲਿਟੀ ਬਾਰੇ। ਓ ਆਈ ਵਾਜ਼ ਡੂਇੰਗ ਰੋਂਗ, ਕੌਂਸ਼ੀਅਸ ਹੋ ਗਿਆ। ਬਟ ਦੈਟਸ ਨਾਟ ਅ ਗੁੱਡ ਐਕਚੁਅਲੀ ਸਟੇਜ ਆਫ ਲਾਈਫ ਔਰ ਸਟੇਟ ਆਫ ਮਾਈਂਡ। ਨੋ 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 ਨੋ। ਇਹਦੇ 'ਚ ਕੀ ਹੋਇਆ? ਇਸ 'ਚ ਪਤਾ ਤੇ ਲੱਗ ਗਿਆ ਵੀ ਆਈ ਐਮ ਨੋਟ ਦੈਟ ਮਚ ਕੰਪੈਟੀਬਲ, ਦੈਟ ਮਚ ਗੁੱਡ, ਬਟ ਸਿਰਫ ਕੌਂਸ਼ੀਅਸ ਹੀ ਹੋਇਆ ਇਸ ਗੱਲ 'ਤੇ। ਫਿਰ ਇੱਕ ਨੈਕਸਟ ਸਟੇਜ ਆਉਂਦੀ ਬੜੀ ਐਫਰਟ ਦੇ ਨਾਲ। You know, first is unconscious, uncompatible. Second one is conscious, uncompatible. Third one is conscious, ਹੁਣ compatible. Conscious ਵੀ ਹੈ, ਪਤਾ ਗਲਤੀ ਨਹੀਂ ਹੋਣੀ ਚਾਹੀਦੀ, ਤੁਸੀਂ ਅਵੇਅਰ ਹੋ ਕੇ compatibility ਆ ਗਈ ਹੈ। That's good, but that's not ideal. What is ideal? Ideal is the fourth one. The fourth one, yes, unconscious, uncompatible, conscious, uncompatible, conscious, compatible. Now the fourth one, unconscious, compatible. ਅਚੇਤ ਹੀ ਜਾਗਰਤ ਹੈ, ਇਹ ਹੈ ਸਹਿਜ ਅਵਸਥਾ। ਹੁਣ ਇਸ ਲੈਵਲ ਤੇ ਆ ਜਾਣਾ, ਇਟ ਕਮਸ ਵਿਦ ਐਕਸਰਸਾਈਜ਼, ਇਟ ਕਮਸ ਵਿਦ ਪ੍ਰੈਕਟਿਸ, ਬਟ ਇਹਦੇ 'ਚ ਗ੍ਰੇਸ ਦਾ ਪਾਰਟ ਵੀ ਹੈ, ਬਲੈਸਿੰਗਸ ਦਾ ਪਾਰਟ ਵੀ ਹੈ। ਇਸ ਕਰਕੇ ਜਿਹੜੀ ਖਾਸ ਕਰਕੇ ਭਜਨ ਬੰਦਗੀ ਹੈ ਜਿਹਦੇ 'ਚ ਮੈਡੀਟੇਸ਼ਨ ਦਾ ਕਨਸੈਪਟ ਅਸੀਂ ਲੈ ਕੇ ਆਉਂਦੇ ਹਾਂ, ਇਸ ਨੂੰ ਦੇਖੋਗੇ ਆਪਣੇ ਆਪ ਨੂੰ ਮੂੰਦ ਲੈਣਾ, ਮਤਲਬ ਸਰੈਂਡਰ ਕਰ ਦੇਣਾ, ਹੱਥ ਜੋੜ ਕੇ ਲੱਤਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਲੋਟਸ ਵੇ ਦੇ ਨਾਲ ਉਸ ਨੂੰ ਜਿਹੜਾ ਹੈਗਾ ਕ੍ਰਾਸ ਲੈਗਸ ਕਰਕੇ ਬਣਾ ਲਿਆ, ਆਪਣੇ ਆਪ ਨੂੰ ਬਿਲਕੁਲ ਸਮਾਧੀ ਆਸੀਨ ਕਰਨ ਵਾਸਤੇ ਅੱਖਾਂ ਬੰਦ ਕਰ ਲਈਆਂ। ਜਸਟ ਆਪਣੇ ਅੰਦਰ ਸਰੈਂਡਰ ਦਾ ਭਾਵ ਆ ਵੀ ਹੁਣ ਆਈ ਡੋਂਟ ਨੋ ਵੇਅਰ ਟੂ ਗੋ, ਆਈ ਡੋਂਟ ਨੋ what is good for me, please guide me. And whom I'm asking this? Myself, real self. That real self is my inner instinct, my inner gut, my inner, actually the soul, but I'm not aware about it at all. ਇਹਦੇ ਵਾਸਤੇ ਸ਼ਬਦ ਹੈਲਪ ਕਰਦਾ। ਫਿਰ ਸ਼ਬਦ ਉਹ ਸੱਚਾ ਸੁੱਚਾ ਸੋਰਸ ਆ ਜੇ ਤੁਸੀਂ ਬਿਲੀਵ ਕਰ ਸਕਦੇ ਆ, ਜਿਵੇਂ ਗੁਰੂ ਗ੍ਰੰਥ ਸਾਹਿਬ, ਜਿਵੇਂ ਉਹ ਰਚਨਾ ਜਿਹ 'ਚ ਭਗਤ ਆਉਂਦੇ ਨੇ, ਗੁਰੂ ਸਾਹਿਬ ਆਉਂਦੇ ਨੇ, they were totally dedicated toward the well-being of humanity. There is no any question on it. They were not biased with any thought. They were not actually selling their some sort of religion, some sort of their own actually you can say doctrine. No, no, no. They were coming from totally universal truthfulness, integrity. ਇਹ ਗਾਈਡ ਕਰੇ ਸਾਨੂੰ। ਇਸ ਗਾਈਡੈਂਸ ਦੇ ਨਾਲ ਬੰਦਾ ਆਪਣੇ ਆਪ ਨੂੰ ਸਮਝੇ। ਮਤਲਬ ਆਹ ਜਿਹੜੀ ਚੀਜ਼ ਹੈ ਇਹਦੇ ਨਾਲ ਫਿਰ ਇੱਕ ਲੈਵਲ ਆਉਂਦਾ ਹੈ ਜਿਹਦੇ 'ਚ ਅਗੇਨ ਆਮ ਗੋਨਾ use some words in today's world nowadays people use a lot energy. ਫਿਰ ਉਹ એનર્ਜੀ ਲੈਵਲ ਆਉਂਦੀ ਹੈ ਜਿਹੜੀ ਉਸ ਲੈਵਲ ਤੇ ਸਪੋਰਟ ਕਰ ਦਿੰਦੀ ਹੈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਇਹਦੇ ਵਿੱਚ, ਮਹਾਰਾਜ ਕਹਿੰਦੇ ਕਿ ਮੁੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ। ਉਹ ਬਹੁਤ ਸੁਹਾਵੀ ਮੁੰਦ ਹੈ, ਬੜੀ ਸ਼ੋਭਨੀਕ ਮੁੰਦ ਆ, ਉਹ ਜੀਵਾਤਮਾ ਬੜੀ ਖੂਬਸੂਰਤ ਹੋ ਗਈ ਹੈ ਜਿਹਨੂੰ ਸਹਿਜ ਪਤਾਰ, ਸਹਿਜੇ ਹੀ ਇਹਨਾਂ ਗੁਣਾਂ ਨੂੰ, ਇਸ ਪਤਾਰ ਨੂੰ ਰਾਵਣ ਦੀ ਜਾਚ ਆ ਗਈ ਹੈ। ਨਾਨਕ ਸਾਤਨ ਰਾਵੀਐ ਰਾਵੇ ਰਾਵਣ ਹਾਰ। ਨਾਨਕ ਸਾਤਨ ਰਾਵੀਐ ਰਾਵੇ ਰਾਵਣ ਹਾਰ। ਐਕਚੁਅਲ ਲੈਵਲ ਤੇ ਰਾਵਣ ਰਿਲੇਸ਼ਨਸ਼ਿਪ ਆਫ ਇੰਟੀਮੇਸੀ। ਹੁਣ ਇੰਟੀਮੇਸੀ ਦਾ we only have one sort of understanding, especially very superficial kind of understanding, sexual intimacy.
That is the part of human life, no doubt. And Gurbani teaches us in that side too. But when we called intimacy, or you should say discourseness, here spiritual discourseness, it's higher level. Again, actually, ਰਾਵਣ ਦਾ ਮਤਲਬ ਕੀ ਹੁੰਦਾ ਹੈ? ਦੋ ਤੱਤਾਂ ਦਾ ਮਰਜ ਹੋ ਜਾਣਾ, ਐਟ ਲੀਸਟ ਇੱਕ ਹੋ ਜਾਣਾ, ਵਨਨੈਸ। ਹੁਣ ਇਹਦੇ 'ਚ ਆਪਾਂ ਭਗਤ ਕਬੀਰ ਦਾ ਇੱਕ ਸ਼ਲੋਕ ਹੈਗਾ, ਕਬੀਰ ਹਰ ਦੀ ਪੀਰਤਨ ਹਰੈ ਚੂਨ ਚਿਹਨ ਨਾ ਰਹਾਏ, ਬਲਿਹਾਰੀ ਇਹ ਪ੍ਰੀਤ को जह जात वर्ण कुल जाए। One of the greatest example toward the understanding of intimacy. किसी दिन further time मिले, I will discuss on it. Today's shlok is almost, actually, yes, we have discussed the whole shlok here. Now in this package only body is left, so definitely we will try to discuss this body tomorrow as Vaheguru will bless us time. ਅੱਜ ਵਾਸਤੇ ਇੰਨੀਆਂ ਬੇਨਤੀਆਂ ਨਾਲ ਹੀ ਇੱਥੇ ਖਿਮਾ ਮੰਗਦਾ ਹਾਂ। ਤੁਹਾਡੀ ਵੀਰ ਆ ਗਏ ਨੇ, ਅਗਲਾ ਸਮਾਗਮ ਉਹ ਤੁਹਾਡੀ ਸਪੁਰਦ ਹੋਣਗੇ, ਤੁਹਾਡੇ ਪੇਸ਼ ਹੋਣਗੇ। ਮੈਂ ਇੱਥੇ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਕਰਸਾਨੀ ਲਈ ਚੜ੍ਹਦੀ ਕਲਾ ਲਿਓ, ਜੋ ਜੂਝ ਰਹੀਆਂ ਰੂਹਾਂ ਨੇ ਉਹਨਾਂ ਦੀ ਚੜ੍ਹਦੀ ਕਲਾ ਹੋਏ। ਦਿਲੀ ਅਰਦਾਸ ਦੇ ਨਾਲ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।